Students, next we will study certain terms. For example, first is racemic mixture or racemate. Racemic mixture ਹੁੰਦਾ ਹੈ ਬੇਟਾ ਜਦੋਂ optically inactive substance ਹੈ due to the presence of equal proportions of enantiomers of a substance, and the substance becomes optically inactive because both the enantiomers are present in equal amount. So they cancel out rotation caused by each other. So this is known as racemic mixture. फिर इस तरह की मिलती जुलती एक होर टर्म है racemization. Racemization की हुंदी है the conversion of an optically active compound into a mixture containing equal amounts of the original compound and its enantiomer is known as racemization. ਇਹਦਾ ਮਤਲਬ ਕਿ ਇੱਕ ਸਿੰਗਲ ਕੰਪੋਨੈਂਟ ਪ੍ਰੈਜ਼ੈਂਟ ਹੈ, ਇੱਕ ਸਿੰਗਲ ਐਨੈਂਸ਼ੀਓਮਰ ਵਾਲਾ ਕੰਪਾਊਂਡ ਸ਼ੁਰੂ ਦੇ ਵਿੱਚ ਪ੍ਰੈਜ਼ੈਂਟ ਹੈ, ਉਹਨੂੰ ਇਸ ਤਰ੍ਹਾਂ ਕੁਛ ਟਰੀਟ ਕਰਦੇ ਹੈ ਦੈਟ ਅਦਰ ਐਨੈਂਸ਼ੀਓਮਰ ਇਜ਼ ਫਾਰਮਡ ਐਂਡ both the enantiomers they cancel out the action of each other and the resulting mixture becomes optically inactive. So optically active single enantiomer ਤੋਂ ਅਸੀਂ ਦੋਨੋਂ enantiomers ਬਣਾਉਂਦੇ ਹਾਂ ਤੇ as a result of which the compound becomes optically inactive ਕਿਉਂਕਿ ਇੱਕ ਹੈ ਜੇ ਲੇਵੋਰੋਟੇਟਰੀ ਹੈ, ਦੂਸਰਾ ਡੈਕਸਟਰੋਟੇਟਰੀ ਹੈ, ਤਾਂ ਇੱਕ ਦੂਸਰੇ ਦਾ ਐਕਸ਼ਨ ਉਹ ਕੈਂਸਲ ਆਊਟ ਕਰ ਦਿੰਦੇ ਆ. ਦੈਟ ਇਜ਼ ਨੋਨ ਐਜ਼ ਰੈਸੀਮਾਈਜ਼ੇਸ਼ਨ. ਸੋ ਰੈਸੀਮਾਈਜ਼ੇਸ਼ਨ ਅਤੇ ਰੈਸਮਿਕ ਮਿਕਸਚਰ ਦਾ ਹੁਣ ਫਰਕ ਪਤਾ ਲੱਗਿਆ. ਰੈਸਮਿਕ ਮਿਕਸਚਰ ਤਾਂ ਜੇ ਦੋਨੋਂ ਕੰਪੋਨੈਂਟਸ ਇਕੁਅਲ ਅਮਾਊਂਟ ਦੇ ਵਿੱਚ ਆਲਰੇਡੀ ਪ੍ਰੈਜ਼ੈਂਟ ਹੈ ਅਤੇ ਕੰਪਾਊਂਡ ਆਪਟੀਕਲੀ ਇਨਐਕਟਿਵ ਹੈ ਤਾਂ ਰੈਸਮਿਕ ਮਿਕਸਚਰ ਹੈ. ਰੈਸੀਮਾਈਜ਼ੇਸ਼ਨ ਹੈ ਕਿ ਪਹਿਲਾਂ ਆਪਟੀਕਲੀ ਐਕਟਿਵ ਕੰਪਾਊਂਡ ਸਾਡੇ ਕੋਲ ਹੈਗਾ ਅਤੇ ਉਹਦਾ ਐਨੈਂਸ਼ੀਓਮਰ ਉਨਾ ਹੀ ਉਹਦੇ 'ਚ ਕਿਸੇ ਤਰੀਕੇ ਨਾਲ ਬਾਹਰੋਂ ਪਾ ਕੇ ਜਾਂ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਦਾ ਐਕਸ਼ਨ ਇੰਡਿਊਸ ਕਰਕੇ ਕਿ ਮਿਕਸਚਰ 'ਚ ਹੀ ਬਣ ਜੇ ਐਂਡ ਦ compound becomes optically inactive due to the presence of both the enantiomers. Then coming to the next very important term, ਦੋ terms ਆਉਂਦੀਆਂ ਨੇ internal and external compensation. So first is internal compensation. Internal compensation ਬੇਟਾ ਆਪਾਂ ਮੀਜ਼ੋ ਕੰਪਾਊਂਡਸ ਪੜ੍ਹੇ ਹੈ ਇਸ ਤਰ੍ਹਾਂ ਦੇ ਜਿਹਦੇ 'ਚ ਦੋ ਸਿਮਿਲਰ ਕਾਇਰਲ ਕਾਰਬਨ ਸੈਂਟਰਸ ਪ੍ਰੈਜ਼ੈਂਟ ਨੇ ਜਾਂ ਦੋ ਸਟੀਰੋਜੈਨਿਕ ਸੈਂਟਰਸ ਨੇ ਵਿਚ ਆਰ ਆਈਡੈਂਟੀਕਲ ਟੂ ਈਚ ਅਦਰ. ਇਸ ਕਰਕੇ ਉਹਦੀ ਸੈਂਟਰ ਆਫ ਸਿਮਿਟਰੀ ਹੁੰਦੀ ਹੈ ਕੰਪਾਊਂਡ ਦੀ ਐਂਡ ਵਨ ਹਾਫ ਆਫ ਦ ਕੰਪਾਊਂਡ is similar to the other half of the compound. So the rotation of light caused by one half of the compound is cancelled by the rotation caused by other half of the compound. ਜਾਂ ਅਸੀਂ ਕਹਿੰਦੇ ਹਾਂ one half of the molecule is superimposable on other half of the molecule. ਸੋ ਇਸ ਕਰਕੇ ਜਿਹੜੀ ਹੈ ਇੱਕ ਹਾਫ ਹੈ ਜਿਹੜਾ ਦੂਸਰੇ ਦੀ ਰੋਟੇਸ਼ਨ ਨੂੰ ਕੰਪਨਸੇਟ ਕਰ ਦਿੰਦਾ, ਉਹਨੂੰ ਕੈਂਸਲ ਆਊਟ ਕਰ ਦਿੰਦਾ. ਸੋ ਕਿਉਂਕਿ ਦਿਸ ਇਜ਼ ਪ੍ਰੈਜ਼ੈਂਟ ਇਨ ਦ ਸੇਮ ਮੋਲੀਕਿਊਲ, ਦੋ ਪਾਰਟਸ ਕਰਕੇ ਹੈ, ਸੋ ਇਹਨੂੰ ਇੰਟਰਨਲ ਕੰਪਨਸੇਸ਼ਨ ਕਹਿੰਦੇ ਆ. ਦੈਨ ਕਮਿੰਗ ਟੂ ਐਕਸਟਰਨਲ ਕੰਪਨਸੇਸ਼ਨ. ਐਕਸਟਰਨਲ ਕੰਪਨਸੇਸ਼ਨ ਹੁੰਦੀ ਹੈ ਕਿ ਮੋਲੀਕਿਊਲ ਦੀ ਜਿਹੜੀ ਆਪਟੀਕਲ ਐਕਟੀਵਿਟੀ ਹੈ ਇਟ ਇਜ਼ ਕੈਂਸਲਡ ਆਊਟ ਬਾਏ ਦ ਆਪਟੀਕਲ ਐਕਟੀਵਿਟੀ ਬਟ ਇਨ ਆਪੋਜ਼ਿਟ ਡਾਇਰੈਕਸ਼ਨ ਆਫ ਅਨਦਰ ਮੋਲੀਕਿਊਲ. ਜਿਵੇਂ ਐਨੈਂਸ਼ੀਓਮਰਸ ਦੀ ਗੱਲ ਕਰਦੇ ਹਾਂ, ਇਫ ਦੇਰ ਆਰ ਟੂ ਐਨੈਂਸ਼ੀਓਮਰਸ ਉਹਨਾਂ ਦਾ ਇਕੁਅਲ ਰੇਸ਼ੋ ਦੇ ਵਿੱਚ ਜੇ ਪ੍ਰੈਜ਼ੈਂਟ ਹੋਣ ਦੇ ਕੈਂਸਲ ਆਊਟ ਦ ਰੋਟੇਸ਼ਨ ਕਾਜ਼ਡ ਬਾਏ one enantiomer by the other enantiomer. So this is ਇਹਨੂੰ ਅਸੀਂ ਕਰੀਏ ਤਾਂ the cancellation of rotation of one enantiomer by the other in an equimolar mixture of two enantiomers is known as external compensation. ਸੋ ਕਿਉਂਕਿ ਡਿਫਰੈਂਟ ਮੋਲੀਕਿਊਲਸ ਨੇ ਜਿਹੜੇ ਇੱਕ ਦੂਸਰੇ ਦੇ ਲਾਈਟ ਦੇ ਐਕਸ਼ਨ ਨੂੰ ਕੈਂਸਲ ਆਊਟ ਕਰਦੇ ਆ, ਸੋ ਦੈਟ ਇਜ਼ ਕਾਲਡ ਰੈਸਮਿਕ ਮਿਕਸਚਰ ਦੇ ਵਿੱਚ ਜਿਹੜੇ ਦੋਨੋਂ ਐਨੈਂਸ਼ੀਓਮਰਸ ਦੀ ਕਿਉਂਕਿ ਆਪਟੀਕਲ ਰੋਟੇਸ਼ਨ ਆਪੋਜ਼ਿਟ ਹੁੰਦੀ ਹੈ ਵੈਨ ਦੇ ਆਰ ਪ੍ਰੈਜ਼ੈਂਟ ਇਨ ਇਕੁਅਲ ਅਮਾਊਂਟਸ ਇਨ ਅ ਮਿਕਸਚਰ the mixture becomes optically inactive and this is known as external compensation. So ਫਿਰ ਬੇਟਾ ਇਹਦੇ 'ਚ ਮਾਈਨਿਊਟ ਅੱਗੇ ਡਿਟੇਲਸ ਦੱਸੀਆਂ ਹੋਈਆਂ ਐਕਸਟਰਨਲ ਕੰਪਨਸੇਸ਼ਨ ਅਤੇ ਇੰਟਰਨਲ ਕੰਪਨਸੇਸ਼ਨ. ਤੁਸੀਂ ਇਹਦਾ ਟੇਬਲ ਦੇਖਣਾ ਹੈ ਕਿਉਂਕਿ ਜਿਹੜੀ ਐਕਸਟਰਨਲ ਕੰਪਨਸੇਸ਼ਨ ਹੈ ਉਹਦੇ 'ਚ ਜੇ ਮੋਲੀਕਿਊਲਸ ਦੀ ਰੇਸ਼ੋ ਬਰਾਬਰ ਨਾ ਹੋਵੇ ਤਾਂ ਪੂਰੀ ਤਰ੍ਹਾਂ ਉਹ ਕੈਂਸਲ ਆਊਟ ਨਹੀਂ ਵੀ ਹੋ ਸਕਦਾ ਹੈ ਨਾ. ਸੋ ਇਹ ਡਿਫਰੈਂਟ ਮੋਲੀਕਿਊਲਸ ਕਰਕੇ ਹੈ, ਉਹ ਸੇਮ ਮੋਲੀਕਿਊਲ ਦੇ ਵਿੱਚ ਹੀ ਹੁੰਦਾ ਹੈ.
ਸੋ ਇਸ ਤਰ੍ਹਾਂ ਦੀਆਂ ਛੋਟੀ ਛੋਟੀਆਂ ਹੋਰ ਗੱਲਾਂ ਜਿਹੜੀਆਂ ਡਿਟੇਲ ਦੇ ਵਿੱਚ ਦੱਸੀਆਂ, ਤੁਸੀਂ ਇਹਨੂੰ ਆਪੇ ਪੜ੍ਹੋਗੇ। ਦੈਨ ਰੈਜ਼ੋਲੂਸ਼ਨ ਆਫ ਰੈਸਮਿਕ ਮਿਕਸਚਰ, ਫਿਰ ਇਹ ਵੀ ਟਰਮ ਹੋ ਗਈ। ਰੈਜ਼ੋਲੂਸ਼ਨ ਦੇ ਵਿੱਚ ਕੀ ਕਰਦੇ ਹਾਂ ਕਿ ਕੋਈ ਇੱਕ ਪ੍ਰੋਸੈਸ ਹੈ ਜਿਹਦੇ 'ਚ ਅਸੀਂ ਰੈਜ਼ੋਲੂਸ਼ਨ ਮਿਕਸਚਰ 'ਚ ਦੋਨੋਂ ਐਨੈਂਸ਼ੀਓਮਰਸ ਨੂੰ ਸੈਪਰੇਟ ਕਰਦੇ ਹਾਂ ਇੱਕ ਦੂਜੇ ਤੋਂ। the process of separating a racemic mixture into its enantiomers is called resolution। ਸੋ ਇਹਦੇ ਲਈ ਕਈ ਸਾਰੇ ਮੈਥਡਸ ਦਿੱਤੇ ਹੋਏ ਹੈ, ਤਾਂ ਆਪਾਂ ਇੱਕ ਕੈਮੀਕਲ ਸੈਪਰੇਸ਼ਨ ਦਾ ਮੈਥਡ ਪੜ੍ਹਨਾ ਹੈ। ਸੋ ਦਿਸ ਇਜ਼ when we are having a racemic mixture of lactic acid, ਜਿਹਦੇ ਵਿੱਚ ਪਲੱਸ ਤੇ ਮਾਈਨਸ ਲੈਕਟਿਕ ਐਸਿਡ ਦੋਨੋਂ enantiomers ਪ੍ਰੈਜ਼ੈਂਟ ਨੇ। we react this acid with a base, ਤੇ ਜਿਵੇਂ ਆਪਾਂ ਪਹਿਲਾਂ ਵੀ ਪੜ੍ਹਿਆ ਕਿ ਸੋਡੀਅਮ ਹਾਈਡਰੋਕਸਾਈਡ ਬੇਸ ਹੈ ਅਤੇ HCl ਐਸਿਡ ਹੈ। ਜਦੋਂ ਐਸਿਡ ਅਤੇ ਬੇਸ ਰਿਐਕਟ ਕਰਦੀ ਹੈ ਤਾਂ ਸਾਲਟ ਬਣਦਾ। ਸਿਮਿਲਰਲੀ ਹੇਅਰ ਲੈਕਟਿਕ ਐਸਿਡ ਜਿਹਦੇ 'ਚ ਦੋਨੋਂ ਫਾਰਮਸ ਨੇ ਪਲੱਸ ਮਾਈਨਸ ਦੀਆਂ, ਵੈਨ ਇਟ ਰਿਐਕਟਸ ਇਟ ਇਜ਼ ਮੇਡ ਟੂ ਰਿਐਕਟ ਵਿਦ ਦ ਬੇਸ ਬਰੂਸਿਨ, ਨੈਗੇਟਿਵ ਬੇਸ ਹੈ ਨਾ, ਜਿਹਦੀ ਆਪਟੀਕਲ ਰੋਟੇਸ਼ਨ ਮਾਈਨਸ ਹੈ। ਦੇ ਵਿਲ ਰਿਐਕਟ ਟੂ ਫਾਰਮ ਟੂ ਸਾਲਟਸ, ਇੱਕ ਹੋ ਗਿਆ ਮਾਈਨਸ ਬਰੂਸਿਨ ਅਤੇ ਲੈਕਟੇਟ ਪਲੱਸ ਵਾਲਾ ਹੈ ਨਾ, ਬਰੂਸਿਨ ਲੈਕਟੇਟ ਬਣਦਾ, ਮਾਈਨਸ ਬਰੂਸਿਨ ਪਲੱਸ ਲੈਕਟੇਟ। ਇੱਕ ਵਾਰੀ ਪਲੱਸ ਲੈਕਟੇਟ ਵਾਲਾ ਬਣੂਗਾ ਅਤੇ ਸੈਕਿੰਡ ਜਿਹੜੀ ਆਪਾਂ ਦੇਣੀ ਹੈ ਪ੍ਰੋਡਕਟ ਦੈਟ ਇਜ਼ ਮਾਈਨਸ ਬਰੂਸਿਨ ਐਂਡ ਮਾਈਨਸ ਲੈਕਟੇਟ। ਸੋ ਟੂ ਸਾਲਟਸ ਆਰ ਫਾਰਮਡ। ਅਤੇ ਫਿਰ ਇਹਨਾਂ ਨੂੰ ਅਲੱਗ ਕਰਨ ਲਈ ਹੁਣ ਜਿਹੜਾ ਲੈਕਟਿਕ ਐਸਿਡ ਹੈ ਉਹਨੂੰ ਅਲੱਗ ਕਰਨ ਲਈ ਜੇ ਅਸੀਂ ਸਟਰੋਂਗ ਐਸਿਡ ਲਾਈਕ HCl ਪਾ ਦਈਏ ਤਾਂ ਵੀਕ ਐਸਿਡ ਲੈਕਟਿਕ ਐਸਿਡ ਗੈਟਸ ਫਰੀ ਸਟੇਟ ਦੇ ਵਿੱਚ ਆ ਜਾਂਦਾ। HCl ਨਾਲ ਰਿਐਕਟ ਕਰ ਦਈਏ ਜੇ ਮਾਈਨਸ ਬਰੂਸਿਨ ਪਲੱਸ ਲੈਕਟੇਟ ਵਾਲੇ ਸਾਲਟ ਨੂੰ, ਤਾਂ ਉਹਦਾ ਕਲੋਰਾਈਡ ਬਣ ਜਾਣਾ, ਬਰੂਸਿਨ ਕਲੋਰਾਈਡ ਬਣਨਾ ਅਤੇ ਲੈਕਟਿਕ ਐਸਿਡ ਫਰੀ ਹੋ ਜਾਣਾ। ਪਲੱਸ ਲੈਕਟਿਕ ਐਸਿਡ ਪਲੱਸ ਮਾਈਨਸ ਬਰੂਸਿਨ HCl, ਸੋ HCl ਨਾਲ ਬਾਈਂਡ ਹੋ ਜਾਂਦੀ ਹੈ। ਦੂਸਰੇ ਕੇਸ ਮਾਈਨਸ ਬਰੂਸਿਨ ਮਾਈਨਸ ਲੈਕਟੇਟ, ਮਤਲਬ ਜਿੱਥੇ ਪਲੱਸ ਲੈਕਟੇਟ ਆ ਉੱਥੇ ਪਲੱਸ ਲੈਕਟਿਕ ਐਸਿਡ ਬਣ ਜੂਗਾ, ਜਿੱਥੇ ਮਾਈਨਸ ਲੈਕਟੇਟ ਵਾਲਾ ਸਾਲਟ HCl ਨਾਲ ਰਿਐਕਟ ਕਰਕੇ ਉੱਥੇ ਮਾਈਨਸ ਲੈਕਟਿਕ ਐਸਿਡ ਬਣਨਾ, ਪਲੱਸ ਜਿਹੜੀ ਬੇਸ ਹੈ ਬਰੂਸਿਨ ਵਾਲੀ ਉਹਦਾ HCl ਨਾਲ ਸਾਲਟ ਬਣ ਜਾਣਾ। ਸੋ ਦਿਸ ਇਜ਼ ਕੈਮੀਕਲ ਸੈਪਰੇਸ਼ਨ। ਸੋ ਬੱਚੇ ਇਹਦੀ ਇੱਕ ਐਗਜ਼ਾਮਪਲ ਹੀ ਕਰ ਲਓਗੇ। ਦੈਨ ਨੈਕਸਟ ਇਜ਼ ਅਗੇਨ ਵੈਰੀ ਇੰਪੋਰਟੈਂਟ ਟਰਮ ਇਨਵਰਸ਼ਨ ਆਫ ਕਨਫਿਗਰੇਸ਼ਨ, ਜਿਹਨੂੰ ਵਾਲਡਨ ਇਨਵਰਸ਼ਨ ਦੇ ਨਾਂ 'ਤੇ ਤੁਹਾਨੂੰ ਕੁਐਸਚਨ ਆਉਂਦਾ ਹੈ। ਵਾਟ ਇਜ਼ ਵਾਲਡਨ ਇਨਵਰਸ਼ਨ? ਵੈਰੀ ਕਾਮਨ ਕੁਐਸਚਨ। ਸੋ ਦਿਸ ਇਜ਼ when we get a reactant molecule like minus chlorosuccinic acid, ਜਿਹਦੇ 'ਚ ਬੱਚੇ for this carbon is it is stereogenic center, chiral carbon। ਸੋ ਜਦੋਂ ਇਹਦਾ ਅਸੀਂ ਰਿਐਕਟ ਕਰਕੇ ਜਿਹੜਾ Cl ਹੈ ਇਹਨੂੰ ਕਿਸੇ ਹੋਰ ਗਰੁੱਪ ਨਾਲ ਸਬਸਟੀਟਿਊਟ ਕਰਦੇ ਹਾਂ, ਜਦੋਂ ਕਹਿ ਲਓ ਕਿ ਨਿਊਕਲੀਓਫਿਲਿਕ ਰਿਐਕਸ਼ਨਸ ਹੁੰਦੀਆਂ ਨੇ, Cl ਨੈਗੇਟਿਵ ਜਾਂਦਾ ਨਾ ਕਾਰਬਨ, ਇਹਦਾ ਮਤਲਬ ਪੋਜ਼ੀਟਿਵ ਸੈਂਟਰ 'ਤੇ ਜਾਂਦਾ, ਤਾਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਹੋਊਗੀ ਇਹਦੀ। Cl ਇਜ਼ ਰਿਪਲੇਸਡ ਬਾਏ OH ਨੈਗੇਟਿਵ ਗਰੁੱਪ, Cl ਨੈਗੇਟਿਵ ਨੂੰ OH ਨੈਗੇਟਿਵ ਨਾਲ ਰਿਪਲੇਸ ਕਰਨਾ, ਤਾਂ then we will get Cl replaced by OH, but the product formed is different from this, ਕਿਉਂਕਿ ਜਿਹੜੇ ਇਹਦੀ ਸਟੀਰੀਓਕੈਮਿਸਟਰੀ, ਇਹਦੀ ਜਿਹੜੀ ਪਲੇਸਮੈਂਟ ਆਫ ਗਰੁੱਪਸ, ਦਾ ਡਾਇਰੈਕਸ਼ਨ ਆਫ ਗਰੁੱਪਸ ਅਰਾਊਂਡ ਦਾ ਕਾਇਰਲ ਕਾਰਬਨ, ਇਟ ਮੈਟਰਸ ਹੇਅਰ। ਸੋ ਜੇ ਤਾਂ ਸੇਮ ਸਾਈਡ 'ਤੇ ਲੱਗਿਆ ਜਿੱਥੇ Cl ਸੀ ਤਾਂ ਉਹਦੀ ਰੋਟੇਸ਼ਨ ਚੇਂਜ ਨਹੀਂ ਹੋਊਗੀ, ਬਟ ਇਟ ਹੈਜ਼ ਬੀਨ ਸੀਨ ਦੈਟ ਇਨ ਦਿਸ ਰਿਐਕਸ਼ਨ OH ਗਰੁੱਪਸ ਕਮਜ਼ ਔਨ ਰਾਈਟ ਹੈਂਡ ਸਾਈਡ। ਸੋ ਇਸ ਕਰਕੇ ਜੇ ਉਹ ਪਲੱਸ ਵਾਲਾ ਸੀ ਪਹਿਲਾਂ ਮਾਈਨਸ ਕਲੋਰੋਸਕਸੀਨਿਕ ਐਸਿਡ ਹੈ ਅਤੇ ਇਹ ਤੋਂ ਪਲੱਸ ਮੈਲਿਕ ਐਸਿਡ ਬਣਦਾ। ਸੋ ਜਿਹੜੀ ਪ੍ਰੋਡਕਟ ਹੈ ਉਹ ਹੁਣ ਪੋਜ਼ੀਟਿਵ ਹੋ ਗਈ ਹੋਈ ਹੈ, ਇਹਦਾ ਮਤਲਬ ਡੈਕਸਟਰੋਟੇਟਰੀ ਹੋ ਗਈ ਹੈ, ਜਿਹਦੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਕਾਜ਼ ਕਰਦੀ ਹੈ ਇਹ ਲਾਈਟ ਦੀ ਰੋਟੇਸ਼ਨ। ਸੋ ਦਿਸ ਇਜ਼ ਨੋਨ ਐਜ਼ ਇਨਵਰਸ਼ਨ ਆਫ ਕਨਫਿਗਰੇਸ਼ਨ, ਬਿਕੋਜ਼ this term first was used by Walden, a scientist, ਤਾਂ ਇਹਨੂੰ ਅਸੀਂ ਵਾਲਡਨ ਇਨਵਰਸ਼ਨ ਕਹਿੰਦੇ ਹਾਂ, ਰਾਈਟ। ਦੈਨ ਇੱਕ ਐਗਜ਼ਾਮਪਲ ਪਹਿਲੀ ਕਰ ਲਓ। ਦੈਨ ਰਿਟੈਂਸ਼ਨ ਆਫ ਕਨਫਿਗਰੇਸ਼ਨ, 'ਚ ਉਸ ਤਰ੍ਹਾਂ ਦਾ ਹੀ ਬੇਟਾ ਤਕਰੀਬਨ ਮੋਲੀਕਿਊਲ ਲਿਆ ਹੋਇਆ, ਉਹਦੇ 'ਚ ਆਪਾਂ ਜਿਹੜੀ ਪ੍ਰੋਡਕਟ ਬਣਾਈ ਹੈ ਫਸਟ ਦੇ ਵਿੱਚ ਮੈਲਿਕ ਐਸਿਡ ਬਣਾਇਆ ਨਾ। ਸੋ ਯਾਦ ਰੱਖਣ ਲਈ ਬੇਟਾ ਇੱਥੇ Br ਲਾ ਕੇ ਰਿਟੈਂਸ਼ਨ ਆਫ ਕਨਫਿਗਰੇਸ਼ਨ ਲਈ ਤੁਸੀਂ ਇਸ ਤਰ੍ਹਾਂ ਦਾ ਹੀ ਮੋਲੀਕਿਊਲ ਲਾਓਗੇ। ਸੋ ਦੈਟ ਇਜ਼
this minus 3 bromo 2 hydroxy propanoic acid. ਸੋ ਜਦੋਂ ਇਹਨੂੰ ਬੇਟਾ ਜ਼ਿੰਕ ਤੇ HCl ਨਾਲ ਰਿਐਕਟ ਕਰਦੇ ਆ ਇਸ ਮੋਲੀਕਿਊਲ ਨੂੰ, then the obtained product is ਕਿ Br ਆ ਜਿਹੜਾ ਇਹਦੀ ਥਾਂ ਤੇ ਹਾਈਡਰੋਜਨ ਆ ਜਾਂਦੀ ਹੈ, ਜ਼ਿੰਕ HCl ਕਰਕੇ ਰਿਡਕਸ਼ਨ ਹੋ ਜਾਂਦੀ ਹੈ। addition of hydrogen ਨੂੰ reduction ਕਹਿੰਦੇ ਆ ਨਾ। ਸੋ CH2Br groups changes to CH3 group। ਇਹਦੀ ਹੁਣ ਜਿਹੜੀ ਡਾਇਰੈਕਸ਼ਨ ਹੈ ਜਾਂ ਜਿਹੜੀ ਓਰੀਐਂਟੇਸ਼ਨ ਆਫ ਗਰੁੱਪਸ ਹੈ ਇਜ਼ ਨਾਟ ਚੇਂਜਿੰਗ, ਉਸ ਤਰ੍ਹਾਂ ਹੀ ਆ ਜਿਵੇਂ ਸ਼ੁਰੂ ਵਾਲੇ ਮੋਲੀਕਿਊਲ ਦੇ ਵਿੱਚ ਸੀਗਾ। ਸੋ ਇਹਨੂੰ ਕਹਿੰਦੇ ਆ ਰਿਟੈਂਸ਼ਨ ਆਫ ਕਨਫਿਗਰੇਸ਼ਨ, ਕਿ ਜਿਹੜੀ ਪਹਿਲੀ ਸੀ ਉਹੀ ਰਹਿ ਗਈ ਹੋਈ ਹੈ। ਸੋ ਫॉर ਦਿਸ ਮੋਲੀਕਿਊਲ ਵੀ ਗੈਟ ਮਾਈਨਸ ਲੈਕਟਿਕ ਐਸਿਡ। So this is known as when the orientation of groups remain same or the action on light by the molecule remain same, then it is called retention of configuration.